ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਅੱਜ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡਾ ਧਮਾਕਾ ਕਰਨ ਜਾ ਰਹੇ ਨੇ। ਚੋਣਾਂ ਤੋਂ ਐਨ ਪਹਿਲਾਂ ਚੋਣ ਪ੍ਰਚਾਰ ਦੇ ਆਖਰੀ ਦਿਨ ਨਵਜੋਤ ਸਿੰਘ ਸਿੱਧੂ ਜਿਹੜਾ ਵੱਡਾ ਧਮਾਕਾ ਕਰਨ ਜਾ ਰਹੇ ਨੇ। ਤਾਂ ਉਧਰ ਚਰਨਜੀਤ ਸਿੰਘ ਚੰਨੀ ਦੇ ਲਈ ਵੱਡੀ बुरी खबर है। क्यों चरणजीत सिंह दे लई बुरी खबर है ते कांग्रेस दी गेम जिहड़ी आ ओह विगड़दी दिखाई दे रही है। क्यों गेम विगड़ रही है, इस ते गलबात करांगे। नाल ही नाल गलबात करांगे कि डेरा मुखी नूं लैके पंजाब दी सियासत दे अंदर कई तरीके दीयां चर्चावां ने। कल डेरा मुखी दे कुड़म दे नाल मुलाकात हुंदी है चरणजीत सिंह चन्नी दी, ते चरणजीत सिंह चन्नी दी मुलाकात तो पहलां डेरा मुखी दे कुड़म दे हक दे विच डेरा प्रेमियों के वल्लों हमायत का ऐलान करना की कुछ संकेत दिंदा है। किधर नूं डेरा मुखी दी जां डेरे प्रेमियों की सियासत जिहड़ी जा रही है, किहड़ी पार्टी नूं समर्थन देण जा रहे ने। दो भागां दे विच वंडिया इस वक्त डेरे प्रेमी जिहड़े दिखाई दे रहे ने। क्यों इस तरीके दे नाल होया उस ते गलबात करांगे। गलबात करदे रही मेरे नाल डॉक्टर भीमेंद्र सिंह जी मौजूद ने। सब तो पहले उन्हां नूं स्वागत करदे हां। डॉक्टर साहब स्वागत है प्रोग्राम दे विच। बहुत बहुत शुक्रिया, मेहरबानी, धन्नवाद सुखविंदर जी। डॉक्टर साहब टिकटां वंडण दे विच तां कांग्रेस ने देरी कीती है, जिहदा नुकसान भी कांग्रेस नूं थोड़ा जिहा मिलदा दिखाई दे रहा है। क्योंकि जे देर दे नाल उम्मीदवार ऐलान करांगे तां तुहानूं पता ही है कि फिर बाकी जिहड़े विरोधी जिन्हां ने पहिलां कर दित्ते हुंदे ओह चोण प्रचार दे विच अगे निकल जांदे आ। तां हुण चोण मैनीफेस्टो भी जिहड़ा लेट हो गया। अज आखिरी दिन है प्रचार दा, जिथे अकाली दल बसपा ਅਤੇ बीजेपी ਦੇ ਵੱਲੋਂ ਆਪਣੇ ਆਪਣੇ ਮੈਨੀਫੈਸਟੋ ਜਿਹੜੇ ਜਾਰੀ ਕਰ ਦਿੱਤੇ ਗਏ ਨੇ। ਤਾਂ ਉੱਥੇ ਆਪ ਵੀ ਫਾੜੀ ਹੈ ਤੇ ਕਾਂਗਰਸ ਵੀ ਫਾੜੀ ਹੈ, ਤੇ ਅੱਜ ਕਾਂਗਰਸ ਦੇ ਵੱਲੋਂ ਵੀ ਮੈਨੀਫੈਸਟੋ ਜਿਹੜਾ ਜਾਰੀ ਕੀਤਾ ਜਾਊਗਾ। ਕਿਵੇਂ ਦੇਖਦੇ ਹੋ ਇਹ ਮੈਨੀਫੈਸਟੋ ਨਵਜੋਤ ਸਿੰਘ ਸਿੱਧੂ ਅੱਜ ਜਾਰੀ ਕਰਨਗੇ, ਲਾਸਟ ਦਿਨ ਜਾਰੀ ਕਰਨਗੇ? ਕਿਉਂ ਇਸ ਤਰੀਕੇ ਦੇ ਨਾਲ ਕੀਤਾ ਗਿਆ? ਸਿਰਫ 2 ਦਿਨ ਵੋਟਾਂ ਦੇ ਵਿੱਚ ਰਹਿ ਗਏ, ਕੋਈ ਸਟ੍ਰੈਟਜੀ ਹੈ ਜਾਂ ਵਾਕਈ ਲੇਟ ਹੋ ਗਏ? ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਕਿ ਨਵਜੋਤ ਤੋਂ ਹੀ ਕਿਉਂ ਜਾਰੀ ਕਰਵਾਇਆ ਜਾ ਰਿਹਾ ਹੈ। ਪਰ ਸਭ ਤੋਂ ਪਹਿਲਾਂ ਤਾਂ ਆਪਾਂ ਇਹੀ ਗੱਲ ਕਰੀਏ ਕਿ ਇਹ ਲੇਟ ਕਿਉਂ ਹੋਇਆ, ਇਹ ਸਟ੍ਰੈਟਜੀ ਹੈ ਜਾਂ ਫਿਰ ਵਾਕਈ ਲੇਟ ਹੋ ਗਿਆ? ਸੁਖਵਿੰਦਰ ਜੀ, ਪਹਿਲੀ ਗੱਲ ਤਾਂ ਆਪਾਂ ਕਹਿ ਸਕਦੇ ਹਾਂ ਕਿ ਦੇਰ ਆਏ ਦੁਰੁਸਤ ਆਏ। ਕਿ ਚਲੋ ਕਿਸੇ ਪਾਰਟੀ ਨੇ, ਖਾਸ ਤੌਰ ਤੇ ਕਾਂਗਰਸ ਪਾਰਟੀ ਨੇ ਇਹ ਸੋਚਿਆ ਤਾਂ ਸਹੀ ਕਿ ਲੋਕਾਂ ਨੂੰ ਮੈਨੀਫੈਸਟੋ ਦੀ ਵੀ ਲੋੜ ਹੁੰਦੀ ਹੈ, ਜਾਂ ਆਪਾਂ ਕਹਿ ਸਕਦੇ ਹਾਂ ਕਿ ਪਾਰਟੀ ਨੇ ਜੋ ਅਗਲੇ ਜਿਹੜੇ 5 ਸਾਲ ਉਹਨੂੰ ਲੱਗਦਾ ਹੈ ਕਿ ਸਾਡੀ ਰਾਜ ਸੱਤਾ ਆਉਂਦੀ ਹੈ, ਤਾਂ ਉਹਦੇ ਵਿੱਚ ਜੋ ਉਹਨਾਂ ਨੇ ਕੰਮ ਕਰਨੇ ਹੁੰਦੇ ਆ ਲੋਕਾਂ ਦੇ ਲਈ, ਜੋ ਉਹਨਾਂ ਨੇ ਸਕੀਮਾਂ ਬਣਾਉਣੀਆਂ ਨੇ, ਤਾਂ ਉਹ ਇੱਕ ਪ੍ਰੋਗਰਾਮ ਤੁਹਾਨੂੰ ਦੇਣਾ ਪੈਂਦਾ ਹੈ। ਔਰ ਇੱਕ ਨੈਤਿਕ ਜ਼ਿੰਮੇਵਾਰੀ ਵੀ ਹਰ ਪਾਰਟੀ ਦੀ ਬਣਦੀ ਹੈ। ਪਰ ਆਪਾਂ ਦੇਖ ਰਹੇ ਸੀਗੇ ਕਿ ਕਾਂਗਰਸ ਲਗਾਤਾਰ ਇਸ ਕੰਮ ਦੇ ਵਿੱਚ ਲੇਟ ਹੋ ਰਹੀ ਸੀਗੀ। ਬੇਸ਼ੱਕ ਆਪਾਂ ਸਾਰੇ ਜਾਣਦੇ ਹਾਂ ਕਿ ਪ੍ਰਤਾਪ ਬਾਜਵਾ ਹੋਰਾਂ ਨੂੰ ਚੋਣ ਮੈਨੀਫੈਸਟੋ ਦਾ ਚੇਅਰਮੈਨ ਬਣਾਇਆ ਗਿਆ ਸੀਗਾ, ਔਰ ਇਸ ਕਰਕੇ ਚੇਅਰਮੈਨੀ ਨੂੰ ਲੈ ਕੇ ਤਾਂ ਬੇਸ਼ੱਕ ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਸੀ ਉਸ ਵੇਲੇ, ਔਰ ਬਹੁਤ ਇਹ ਗੱਲਾਂ ਕਹੀਆਂ ਸੀਗੀਆਂ ਲੋਕਾਂ ਦੇ ਵਿੱਚ ਜਾ ਕੇ ਅਸੀਂ ਮੈਨੀਫੈਸਟੋ ਬਣਾਵਾਂਗੇ ਔਰ ਨਵੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਉਹ ਸਾਰਾ ਕੁਝ ਲੇਟ ਹੁੰਦਾ ਨਜ਼ਰ ਆ ਰਿਹਾ ਸੀਗਾ। ਉਹ ਗੱਲਾਂ ਤਰੀਆਂ ਤਰਾਈਆਂ ਇਸ ਲਈ ਰਹਿ ਗਈਆਂ ਸੀਗੀਆਂ ਕਿਉਂਕਿ ਚੋਣ ਪ੍ਰਚਾਰ ਦੇ ਲਈ ਅੱਜ ਬਹੁਤ ਥੋੜਾ ਸਮਾਂ ਰਹਿ ਗਿਆ ਔਰ ਕੁਝ ਘੰਟੇ ਬਾਕੀ ਨੇ। ਔਰ ਜਦੋਂ ਤੁਸੀਂ ਇਹ ਜਿਹੜਾ ਚੋਣ ਮੈਨੀਫੈਸਟੋ ਹੈ ਇਹ ਲੋਕਾਂ ਦੇ ਵਿੱਚ ਕਦੋਂ ਜਾਏਗਾ, ਲੋਕ ਇਹਨੂੰ ਕਦੋਂ ਪੜ੍ਹਨਗੇ, ਕਦੋਂ ਸਮਝਣਗੇ, ਇਹ ਗੱਲ ਹੁਣ ਸਮਝ ਤੋਂ ਬਾਹਰ ਜਿਹੜੀ ਹੈਗੀ ਹੈ ਹੋ ਰਹੀ ਹੈ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਬੇਸ਼ੱਕ ਉਹਨਾਂ ਨੇ ਇਹ ਜਿਹੜਾ ਹੈਗਾ ਕੰਮ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ, ਪਰ ਇਹ ਬਹੁਤ ਲੇਟ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਲੇਟ ਕਾਰਵਾਈ ਹੈ। ਉਹਦੇ ਲੇਟ ਹੋਣ ਦਾ ਵੱਡਾ ਕਾਰਨ ਇਹੀ ਹੈ ਕਿ ਜਿਸ ਕਿਸਮ ਦੀ ਧੜੇਬੰਦੀ, ਜਿਸ ਕਿਸਮ ਦਾ ਕਾਟੋ ਕਲੇਸ਼ ਕਾਂਗਰਸ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਪਿਆ ਰਿਹਾ ਹੈ, ਔਰ ਵੱਖ-ਵੱਖ ਧੜੇ, ਜਿਵੇਂ ਆਪਾਂ ਸ਼ੁਰੂ ਤੋਂ ਇਹ ਗੱਲ ਕਹਿੰਦੇ ਆਏ ਹਾਂ ਕਿ ਕਾਂਗਰਸ ਦੇ ਵਿੱਚ ਕਈ ਤਰ੍ਹਾਂ ਦੇ ਧੜੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਵੇਲੇ ਆਪਾਂ ਨੇ ਕਿਹਾ ਸੀਗਾ ਕਿ ਨਜ਼ਰ ਆਉਣਗੇ। ਇੱਕ ਪਾਸੇ ਚਰਨਜੀਤ ਚੰਨੀ ਹੋਰਾਂ ਦਾ ਧੜਾ ਤੁਹਾਨੂੰ ਨਜ਼ਰ ਆ ਰਿਹਾ ਹੈ, ਇੱਕ ਪਾਸੇ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਧੜਾ ਨਜ਼ਰ ਆ ਰਿਹਾ ਹੈ, ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਧੜਾ ਨਜ਼ਰ ਆ ਰਿਹਾ ਹੈ, ਇੱਕ ਪਾਸੇ ਤੁਸੀਂ ਕਹਿ ਸਕਦੇ ਆ ਕਿ ਜਿਹੜੀ ਮਾਝਾ ਬ੍ਰਿਗੇਡ ਹੈ, ਰੰਧਾਵਾ ਸਾਹਿਬ, ਉਹਨਾਂ ਦਾ ਧੜਾ ਵੱਖਰਾ ਨਜ਼ਰ ਆ ਰਿਹਾ ਹੈ। ਇਸ ਤਰ੍ਹਾਂ ਇੱਕ ਨਵਾਂ ਧੜਾ ਜਿਹੜਾ ਬਣਿਆ ਪਿਛਲੇ ਦਿਨਾਂ ਦੇ ਵਿੱਚ, ਉਹ ਆਜ਼ਾਦ ਉਮੀਦਵਾਰਾਂ ਦਾ ਧੜਾ ਬਣ ਗਿਆ। ਯਾਨੀ ਕਿ ਜਿਹੜੇ ਲੋਕਾਂ ਨੂੰ ਟਿਕਟਾਂ ਨਹੀਂ ਸੀ ਮਿਲੀਆਂ ਉਹਨਾਂ ਨੇ ਆਪਣੀ ਆਜ਼ਾਦ ਤੌਰ ਤੇ ਜਿਹੜੀ ਹੈਗੀ ਡਫਲੀ ਵਜਾਉਣੀ ਸ਼ੁਰੂ ਕੀਤੀ। ਸੋ ਇਸ ਕਰਕੇ ਇੱਕ ਨਵਾਂ ਧੜਾ ਉਹਨਾਂ ਦਾ ਸ਼ੁਰੂ ਹੋ ਗਿਆ। ਸੋ ਕਹਿਣ ਦਾ ਮਤਲਬ ਹੈ ਕਿ ਬਹੁਤ ਜ਼ਿਆਦਾ ਧੜੇ, ਇੱਕ ਪਾਸੇ ਤੁਸੀਂ ਕੈਪਟਨ ਸਾਹਿਬ ਦਾ ਧੜਾ ਦੇਖ ਲਓ
ਔਰ ਕੈਪਟਨ ਸਾਹਿਬ ਦੀ ਧੜੀ ਦੀ ਗੱਲ ਇੱਥੋਂ ਤੱਕ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਬੇਸ਼ਰਮੀ ਦੀ ਹੱਦ ਹੋ ਗਈ ਕਿ ਉਹਨਾਂ ਦੇ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਜਿਹੜੇ ਕਿ ਕਾਂਗਰਸ ਤੋਂ ਲੋਕ ਸਭਾ ਸੀਟ ਦੇ ਉੱਤੇ ਜਿੱਤੇ ਹੋਏ ਨੇ, ਉਹ ਚੋਣ ਪ੍ਰਚਾਰ ਕਿਹਦਾ ਕਰ ਰਹੇ ਨੇ? ਦੂਸਰੀ ਪਾਰਟੀ ਦਾ, ਆਪਣੀ ਵਿਰੋਧੀ ਪਾਰਟੀ ਦਾ, ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦਾ। ਸੋ ਮੇਰਾ ਕਹਿਣ ਦਾ ਮਤਲਬ, ਹਾਂ ਬਿਲਕੁਲ ਮੇਰਾ ਕਹਿਣ ਦਾ ਪਰ ਡਾਕਟਰ ਸਾਹਿਬ ਜਿੱਥੇ ਵੱਖ-ਵੱਖ ਧੜੇ ਨੇ, ਜਿੱਥੇ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਚਿਹਰਾ ਨਹੀਂ ਐਲਾਨਿਆ ਗਿਆ, ਤਾਂ ਪਿਛਲੇ ਦਿਨੀ ਆਪਾਂ ਦੇਖਿਆ ਕਿ ਵੱਡੇ ਵੱਡੇ ਆਗੂ ਨਵਜੋਤ ਸਿੰਘ ਸਿੱਧੂ ਦੇ ਲਈ ਪ੍ਰਚਾਰ ਕਰਦੇ ਦਿਖਾਈ ਦਿੱਤੇ। ਇੱਕ ਤਰੀਕੇ ਦੇ ਨਾਲ ਸਿੱਧੂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜੇ ਆਪਾਂ ਕਹਿ ਲਈਏ, ਕਿਉਂਕਿ ਸਿੱਧੂ ਖਾਮੋਸ਼ ਹੋ ਗਏ ਸੀਗੇ, ਤਾਂ ਖਾਮੋਸ਼ੀ ਜਿਹੜੀ ਆ ਰੜਕ ਰਹੀ ਸੀ ਕਾਂਗਰਸ ਨੂੰ। ਤਾਂ ਉਸ ਤੋਂ ਬਾਅਦ ਕੀ ਕੀਤਾ ਗਿਆ, ਹੁਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਭਾਈ ਨਵਜੋਤ ਸਿੱਧੂ ਨੂੰ ਸਾਈਡ ਲਾਈਨ ਕਰਨ ਦੇ ਨਾਲ ਜਿਹੜੇ ਪੰਜਾਬ ਦੇ ਲੋਕ ਨੇ ਉਹ ਕਾਂਗਰਸ ਨਾਲੋਂ ਟੁੱਟ ਰਹੇ ਨੇ। ਤਾਂ ਹੁਣ ਜੇ ਕਾਂਗਰਸ ਚੋਣ ਮੈਨੀਫੈਸਟੋ ਸਿੱਧੂ ਤੋਂ ਜਾਰੀ ਕਰਵਾਉਂਦੀ ਹੈ, ਇਹਦੇ ਪਿੱਛੇ ਸਟ੍ਰੈਟਜੀ ਹੋ ਸਕਦੀ ਹੈ ਕਿ ਭਾਈ ਲੋਕ ਸਿੱਧੂ ਤੇ ਵਿਸ਼ਵਾਸ ਕਰਦੇ ਨੇ ਤੇ ਸਿੱਧੂ ਨੂੰ ਅੱਗੇ ਕਰਕੇ ਮੈਨੀਫੈਸਟੋ ਜਾਰੀ ਕਰਵਾ ਦਿਓ ਤੇ ਸਿੱਧੂ ਦੇ ਕਹਿਣ ਤੇ ਲੋਕੀ ਵੋਟਾਂ ਪਾ ਦੇਣਗੇ। ਇਸ ਪਾਸੇ ਵੀ ਸਿੱਧੂ ਨੂੰ ਵਰਤਿਆ ਜਾ ਰਿਹਾ, ਇਹ ਸਟ੍ਰੈਟਜੀ ਇੱਕ ਹੋ ਸਕਦੀ ਹੈ ਸਿੱਧੂ ਤੋਂ ਚੋਣ ਮੈਨੀਫੈਸਟੋ ਜਾਰੀ ਕਰਵਾਉਣ ਦਾ। ਸੁਖਵਿੰਦਰ ਜੀ ਦੇਖੋ, ਜਦੋਂ ਹਾਈ ਕਮਾਂਡ ਤੁਹਾਡਾ ਮੁੱਲ ਨਹੀਂ ਪਾਉਂਦੀ, ਤੁਹਾਡੀ ਤਾਕਤ ਨੂੰ ਨਹੀਂ ਪਛਾਣਦੀ, ਤਾਂ ਉਸ ਤਰ੍ਹਾਂ ਦੀ ਜਿਹੜੀ ਹਾਈ ਕਮਾਂਡ ਹੁੰਦੀ ਹੈ ਉਹਨੇ ਫੇਲ ਹੋਣੀ ਹੋਣਾ, ਚਾਹੇ ਅੱਜ ਹੋ ਜਾਏ ਚਾਹੇ ਕੱਲ ਹੋਵੇ। ਔਰ ਅਸੀਂ ਕਾਂਗਰਸ ਦੀ ਹਾਈ ਕਮਾਂਡ ਵੱਲ ਲਗਾਤਾਰ ਆਪਾਂ ਵੇਖ ਰਹੇ ਹਾਂ ਕਿ ਉਹ ਆਪਣੇ ਜਿਹੜੇ ਉਹਨਾਂ ਦੇ ਵਲੰਟੀਅਰ ਨੇ ਜਾਂ ਉਹਨਾਂ ਦੇ ਵੱਡੇ ਲੀਡਰ ਨੇ, ਉਹਨਾਂ ਨੂੰ ਇੱਕ ਥਾਂ ਦੇ ਉੱਤੇ ਬੰਨ੍ਹ ਨਹੀਂ ਪਾਈ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਧੜੇਬੰਦੀ ਲਗਾਤਾਰ ਵਧੀ ਹੈ। ਪਿਛਲੇ ਆਪਾਂ 1.5-2 ਸਾਲਾਂ ਤੋਂ ਲਗਾਤਾਰ ਜਦੋਂ ਦੇਖਦੇ ਹਾਂ ਪੰਜਾਬ ਦੀ ਕਾਂਗਰਸ ਦੇ ਉੱਤੇ ਨਜ਼ਰ ਮਾਰਦੇ ਹਾਂ, ਤਾਂ ਤੁਸੀਂ ਦੇਖੋਗੇ ਕਿ ਇਹ ਧੜੇਬੰਦੀ ਲਗਾਤਾਰ ਸਗੋਂ ਡੂੰਘੀ ਹੁੰਦੀ ਗਈ ਹੈ ਔਰ ਅੱਜ ਤੱਕ ਇਹ ਜਾਰੀ ਹੈ। ਸੋ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਨੇ ਖੁੱਡੇ ਲੈਣ ਲਾਇਆ ਹੈ ਤਾਂ ਇਹਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਤਾਂ ਘੱਟ ਨੁਕਸਾਨ ਹੋਣਾ ਹੈ, ਇਹ ਗੱਲ ਜਿਹੜੀ ਸਮਝਣ ਵਾਲੀ ਹੈ। ਸਗੋਂ ਕਾਂਗਰਸ ਨੂੰ ਜ਼ਿਆਦਾ ਨੁਕਸਾਨ ਹੋਏਗਾ। ਉਹਦਾ ਵੱਡਾ ਕਾਰਨ ਇਹੀ ਹੈ ਕਿ ਜਿਹੜਾ ਹੈਗਾ ਕਾਂਗਰਸ ਹੈ ਜਾਂ ਨਵਜੋਤ ਸਿੰਘ ਸਿੱਧੂ ਉਹਦੇ ਇੱਕ ਵੱਡੇ ਲੀਡਰ ਨੇ, ਜੇਕਰ ਤੁਸੀਂ ਉਹਨਾਂ ਦੀ ਤਾਕਤ ਨੂੰ ਨਹੀਂ ਪਛਾਣਦੇ, ਜੇਕਰ ਉਹਨਾਂ ਨੂੰ ਸਿਰਫ ਤੁਸੀਂ ਇੱਕ ਸ਼ੋਅ ਪੀਸ ਦੇ ਤੌਰ ਤੇ ਵਰਤਣਾ ਚਾਹੁੰਦੇ ਹੋ, ਤਾਂ ਇੱਕ ਬਹੁਤ ਵੱਡੀ ਭੁੱਲ ਕਾਂਗਰਸ ਇਸ ਵੇਲੇ ਕਰਨ ਦੀ ਨਜ਼ਰ ਆਈ ਹੈ ਔਰ ਉਹਦਾ ਖਮਿਆਜਾ ਵੀ ਕਾਂਗਰਸ ਨੂੰ ਭੁਗਤਣਾ ਪੈ ਰਿਹਾ। ਕਾਂਗਰਸ ਇੱਕ ਜਗ੍ਹਾ ਇਕੱਠੀ ਨਹੀਂ ਹੋ ਪਾ ਰਹੀ ਔਰ ਨਤੀਜਾ ਕੀ ਨਿਕਲ ਰਿਹਾ ਹੈ? ਇੱਕ ਪਾਸੇ ਤਾਂ ਜਿਵੇਂ ਤੁਸੀਂ ਕਿਹਾ ਹੈ ਕਿ ਟਿਕਟਾਂ ਦੀ ਵੰਡ ਨੂੰ ਲੈ ਕੇ ਬਹੁਤ ਦੇਰੀ ਹੋਈ, ਦੂਜੇ ਪਾਸੇ ਜਿਹੜੀ ਮੈਨੀਫੈਸਟੋ ਜਾਰੀ ਕਰਨਾ ਹੁੰਦਾ ਹੈ, ਜਿਹੜਾ ਕਿ ਅੱਜ ਤੋਂ 10 ਦਿਨ 15 ਦਿਨ ਪਹਿਲਾਂ ਜਾਰੀ ਹੋ ਜਾਣਾ ਚਾਹੀਦਾ ਸੀਗਾ, ਉਹ ਐਨ ਮੌਕੇ ਤੇ ਆ ਕੇ ਤੁਸੀਂ ਜਾਰੀ ਕਰ ਰਹੇ ਹੋ। ਸੋ ਕਹਿਣ ਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਤਾਕਤ ਨੂੰ ਜਦੋਂ ਤੁਸੀਂ ਨਹੀਂ ਪਛਾਣਿਆ ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਕਾਂਗਰਸ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਨੁਕਸਾਨ ਹੋਏਗਾ ਹੀ ਹੋਏਗਾ। ਔਰ ਉਸ ਡੈਮੇਜ ਨੂੰ ਕੰਟਰੋਲ ਕਰਨ ਦੀ ਜਦੋਂ ਹੁਣ ਤੁਸੀਂ ਕੋਸ਼ਿਸ਼ ਕਰ ਰਹੇ ਹੋ ਨਵਜੋਤ ਸਿੰਘ ਸਿੱਧੂ ਦੇ ਰਾਹੀਂ ਕਿ ਉਹਨਾਂ ਨੂੰ ਅੱਗੇ ਲਾ ਕੇ ਅਸੀਂ ਮੈਨੀਫੈਸਟੋ ਜਿਹੜਾ ਹੈਗਾ ਜਾਰੀ ਕੀਤਾ ਜਾਏਗਾ, ਪਰ ਗੱਲ ਤਾਂ ਸਵਾਲ ਤਾਂ ਇਹੀ ਹੈ ਨਾ, ਲੋਕ ਇਸ ਵੇਲੇ ਪੰਜਾਬ ਦੇ ਕੀ ਪੁੱਛਣਾ ਚਾਹੁੰਦੇ ਨੇ ਕਿ ਇਸ ਮੈਨੀਫੈਸਟੋ ਨੂੰ ਜੇਕਰ ਨਵਜੋਤ ਸਿੰਘ ਸਿੱਧੂ ਲਾਗੂ ਕਰਨਾ ਚਾਹੁੰਦੇ ਨੇ ਜਾਂ ਉਹਨਾਂ ਪੰਜਾਬ ਮਾਡਲ ਨੂੰ ਉਹ ਲਾਗੂ ਕਰਨਾ ਚਾਹੁੰਦੇ ਨੇ, ਤਾਂ ਉਹਨਾਂ ਨੂੰ ਤਾਕਤ ਤਾਂ ਦਿਓ ਨਾ। ਜੇਕਰ ਉਹਨਾਂ ਕੋਲੇ ਤਾਕਤ ਹੀ ਤੁਸੀਂ ਖੋਲੀ ਹੈ, ਜੇਕਰ ਤਾਕਤ ਕਿਹਦੇ ਕੋਲ ਆਉਣੀ ਹੈ? ਤਾਕਤ ਮੁੱਖ ਮੰਤਰੀ ਕੋਲੇ ਹੁੰਦੀ ਹੈ ਮੈਨੀਫੈਸਟੋ ਨੂੰ ਲਾਗੂ ਕਰਨ ਦੀ। ਸੋ ਉਹ ਤਾਕਤ ਤੁਸੀਂ ਨਵਜੋਤ ਸਿੰਘ ਸਿੱਧੂ ਤੋਂ ਖੋ ਕੇ ਉਹਨਾਂ ਨੂੰ ਨਿਹੱਥੇ ਕਰ ਦਿੱਤਾ ਗਿਆ। ਸੋ ਇਸ ਕਰਕੇ ਸਿਰਫ ਇਹ ਕਹਿ ਕੇ ਕਿ ਉਹਨਾਂ ਨੂੰ ਮੂਹਰੇ ਲਾ ਲੈਣਾ ਕਿ ਅਸੀਂ ਤਾਂ ਹੀ ਚੋਣ ਮੈਨੀਫੈਸਟੋ ਨਵਜੋਤ ਸਿੰਘ ਸਿੱਧੂ ਤੋਂ ਜਾਰੀ ਕਰਵਾਉਣਾ ਹੈ ਕਿ ਉਹਨਾਂ ਦੀ ਜਿਹੜੀ ਰੁੱਸ ਰਸਈਆ ਉਹ ਵਾਪਸ ਆ ਜਾਏਗਾ, ਇਦਾਂ ਦੀਆਂ ਕੋਈ ਸੰਭਾਵਨਾਵਾਂ ਨਹੀਂ ਲੱਗਦੀਆਂ। ਪਰ ਹੁਣ ਕਿਉਂਕਿ ਦੇਰ ਬਹੁਤ ਹੋ ਚੁੱਕੀ ਹੈ, ਮੈਂ ਫੇਰ ਕਹਾਂਗਾ ਕਿ ਇਸ ਦੇਰੀ ਦੇ ਕਰਕੇ ਕਾਂਗਰਸ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਝਟਕਾ ਜਿਹੜਾ ਹੈਗਾ ਲੱਗ ਸਕਦਾ ਹੈ ਔਰ ਨੁਕਸਾਨ ਵੱਡਾ ਜਿਹੜਾ ਹੈਗਾ ਹੋ ਸਕਦਾ ਹੈ। ਚੰਨੀ ਸਾਹਿਬ ਜਿਹੜੇ ਕਿ ਇੱਕ ਵੱਡੇ ਲੀਡਰ ਦੇ ਤੌਰ ਤੇ ਕਿਸੇ ਵੇਲੇ ਸਾਹਮਣੇ ਆਏ ਸੀਗੇ, ਪਰ ਇਸ ਡੈਮੇਜ ਨੂੰ ਉਹ ਕੰਟਰੋਲ ਨਹੀਂ ਕਰ ਪਾ ਰਹੇ। ਇਹਨਾਂ ਵੱਖ-ਵੱਖ ਰੁੱਸਿਆ ਹੋਇਆਂ ਨੂੰ ਜਦੋਂ ਤੁਹਾਨੂੰ ਮਨਾਉਣਾ ਪੈਂਦਾ ਹੈ ਔਰ ਕਿਸੇ ਨੂੰ ਤੁਹਾਨੂੰ ਲਾਲਚ ਦੇਣਾ ਪੈਂਦਾ ਹੈ, ਯਾਨੀ ਕਿ ਹਰ ਤਰ੍ਹਾਂ ਦੀ ਜਿਹੜੇ ਹੀਲੇ ਵਸੀਲੇ ਤੁਹਾਨੂੰ ਵਰਤਣੇ ਪੈਂਦੇ ਨੇ ਤਾਂ ਕਿ ਇੱਕ ਮੁੱਠਤਾ ਨਜ਼ਰ ਆਏ, ਪਰ ਕਾਂਗਰਸ ਦੇ ਵਿੱਚੋਂ ਇੱਕ ਮੁੱਠਤਾ ਜਿਹੜੀ ਹੈਗੀ ਹੈ। ਕਾਂਗਰਸ ਦੀ ਜਿਹੜੀ ਗੇਮ ਡਾਕਟਰ ਸਾਹਿਬ ਉਹ ਬਾਗੀਆਂ ਦੇ ਵੱਲੋਂ ਵਿਗਾੜੀ ਗਈ ਹੈ। ਅੱਜ ਵੀ ਰਿਪੋਰਟਾਂ ਤੇ ਛਪੀਆਂ ਨੇ ਕਿ ਕਾਂਗਰਸ ਦੇ ਬਾਗੀਆਂ ਦੇ ਕਾਰਨ ਕਾਂਗਰਸ ਦੀ ਜਿਹੜੀ ਉਹ ਗੇਮ ਵਿਗੜਦੀ ਨਜ਼ਰ ਆ ਰਹੀ ਹੈ। ਜਿੱਥੇ ਆਪਾਂ ਇਹ ਗੱਲ ਕਰਕੇ ਹਟੇ ਹਾਂ ਕਿ ਕਾਂਗਰਸ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਜਿਹੜੀ ਹੋ ਸਕਦੀ ਹੈ ਕਿ ਸਿੱਧੂ ਨੂੰ ਲੋਕ ਜਿਹੜੇ ਸੋਚ ਰਹੇ ਨੇ ਕਿ ਸਿੱਧੂ ਕਰਕੇ ਭਾਈ ਵੋਟਾਂ ਪਾਉਣੀਆਂ, ਸਿੱਧੂ ਤਾਂ ਕਾਂਗਰਸ ਨਾਲ ਰੁੱਸਿਆ ਬੈਠਾ, ਨਹੀਂ ਪਾਉਣੀਆਂ ਵੋਟਾਂ, ਤਾਂ ਉਹ ਲੋਕਾਂ ਨੇ ਕੀ ਗੇਮ ਖੇਡੀ। ਜਿੱਥੇ ਆਪਾਂ ਇਹ ਗੱਲ ਕਰਕੇ ਹਟੇ ਹਾਂ ਕਿ ਸਿੱਧੂ ਨੂੰ ਅੱਗੇ ਕਰਤਾ ਚੋਣ ਮੈਨੀਫੈਸਟੋ ਤੇ ਤਾਂ ਜੋ ਲੋਕਾਂ ਨੂੰ ਵਿਸ਼ਵਾਸ ਹੋ ਜੇ ਹੈ। ਦੂਜੇ ਪਾਸੇ ਇਹ ਹੈ ਕਿ ਕਾਂਗਰਸ ਦੇ ਬਾਕੀ ਬਾਗੀ ਆ ਜਿਹੜੇ
ਚਾਹੇ ਉਹ ਚਰਨਜੀਤ ਸਿੰਘ ਚੰਨੀ ਦੇ ਭਰਾ ਹੋਣ, ਚਾਹੇ ਉਹ ਰਾਣਾ ਗੁਰਜੀਤ ਸਿੰਘ ਦਾ ਬੇਟਾ ਹੋਵੇ, ਚਾਹੇ ਉਹ ਡਿੰਪੇ ਦਾ ਭਰਾ ਹੋਵੇ, ਚਾਹੇ ਉਹ ਵੱਖ-ਵੱਖ ਲੋਕ ਜਿਹੜੇ ਬਾਗੀ ਰੁਖ ਤਿਆਰ ਕਰਕੇ ਬੈਠੇ ਨੇ ਕਾਂਗਰਸ ਦੇ, ਉਹਨਾਂ ਨੇ ਗੇਮ ਜਿਹੜੀ ਹੈ ਕਾਂਗਰਸ ਦੀ ਪੂਰੇ ਤਰੀਕੇ ਦੇ ਨਾਲ ਵਿਗਾੜੀ ਹੋਈ ਹੈ। ਵਿਰੋਧੀਆਂ ਨਾਲ ਤਾਂ ਬਾਅਦ ਚ ਲੜਨਾ ਹੈ, ਤੇ ਕਾਂਗਰਸ ਦੀ ਮੁਸੀਬਤ ਇਹ ਹੈ ਕਿ ਪਹਿਲਾਂ ਆਪਣੇ ਨਾਲ ਕਿਵੇਂ ਲੜਿਆ ਜਾਵੇ। ਸੁਖਵਿੰਦਰ ਜੀ, ਜਿਵੇਂ ਆਪਾਂ ਕਹਿ ਰਹੇ ਹਾਂ ਕਿ ਕਾਂਗਰਸ ਨੇ ਚੰਨੀ ਸਾਹਿਬ ਨੂੰ ਅੱਗੇ ਲਿਆਂਦਾ, ਤੁਸੀਂ ਇਹ ਦੇਖੋ ਵੀ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਇੱਕ ਮੁੱਖ ਮੰਤਰੀ ਦਾ ਚਿਹਰਾ ਨੇ, ਜੇਕਰ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਕੰਟਰੋਲ 'ਚ ਨਹੀਂ ਕਰ ਪਾ ਰਹੇ, ਆਪਣੇ ਸਕੇ ਭਰਾ ਨੂੰ ਉਹ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜਾ ਰਹੇ ਨੇ, ਉਹਨਾਂ ਨੂੰ ਉਹ ਬਿਠਾ ਨਹੀਂ ਸਕੇ, ਤਾਂ ਸਮੁੱਚੀ ਕਾਂਗਰਸ ਨੂੰ ਕਿਵੇਂ ਉਹ ਕੰਟਰੋਲ ਕਰਨਗੇ? ਇੱਕ ਬੁਨਿਆਦੀ ਸਵਾਲ ਇਸ ਵੇਲੇ ਸਾਡੇ ਸਾਰਿਆਂ ਦੇ ਸਾਹਮਣੇ ਹੈ। ਸੋ ਇਹੀ ਕਾਰਨ ਹੈ ਕਿ ਕਮਜ਼ੋਰ ਲੀਡਰ ਹੋਣ ਕਰਕੇ ਉਹਨਾਂ ਦੇ ਜਿਹੜੇ ਬਾਕੀ ਜਿਹੜੇ ਉਮੀਦਵਾਰ ਨੇ ਜਿਨ੍ਹਾਂ ਨੂੰ ਟਿਕਟਾਂ ਨਹੀਂ ਸੀ ਮਿਲੀਆਂ, ਔਰ ਉਹਨਾਂ ਦੇ ਖਾਸੋਂ ਖਾਸ ਜਿਹੜੇ ਲੋਕ ਨੇ, ਉਹ ਵੀ ਤੁਹਾਨੂੰ ਬਗਾਵਤੀ ਸੁਰਾਂ ਜਿਹੜੇ ਨੇ ਉਲੀਕਦੇ ਨਜ਼ਰ ਆਉਣਗੇ। ਔਰ ਇਹਦਾ ਨਤੀਜਾ ਕੀ ਨਿਕਲ ਰਿਹਾ ਹੈ? ਇਹਦਾ ਨਤੀਜਾ ਲਗਭਗ 15 ਤੋਂ 20 ਸੀਟਾਂ ਦੇ ਉੱਤੇ ਤੁਸੀਂ ਦੇਖੋਗੇ ਕਿ ਕਾਂਗਰਸ ਆਪਣੀਆਂ ਜਿਹੜੀਆਂ ਸੀਟਾਂ ਦੇ ਉੱਤੇ ਜਿਹੜੀ ਆਪਣੇ ਉਮੀਦਵਾਰਾਂ ਨੂੰ ਹੀ ਹਰਾ ਰਹੀ ਹੈ। ਸੋ ਜੇਕਰ ਤੁਸੀਂ 20 ਸੀਟਾਂ ਤਾਂ ਸਿੱਧੇ ਤੌਰ ਤੇ ਹਰਾ ਰਹੇ ਹੋ, ਤਾਂ ਇਹਦਾ ਮਤਲਬ ਇਹੀ ਹੈ ਕਿ ਕਾਂਗਰਸ ਇਸ ਵੇਲੇ ਵੱਡੇ ਖਤਰੇ ਦੇ ਵਿੱਚ ਹੈ। ਔਰ ਜਿਸ ਕਿਸਮ ਦੀਆਂ ਗੱਲਾਂ ਪਹਿਲਾਂ ਕੀਤੀਆਂ ਜਾ ਰਹੀਆਂ ਸੀ ਅੱਜ ਤੋਂ 6 ਮਹੀਨੇ ਪਹਿਲਾਂ ਕਿ ਅਸੀਂ ਰਿਪੀਟ ਮਾਰਾਂਗੇ, ਅਸੀਂ ਕੋਸ਼ਿਸ਼ ਕਰਾਂਗੇ ਕਿ ਚੰਨੀ ਸਾਹਿਬ ਨੂੰ ਲਿਆ ਕੇ ਅਸੀਂ ਦੁਬਾਰਾ ਸੱਤਾ ਜਿਹੜਾ ਹੈਗਾ ਆ ਜਾਾਂਗੇ, ਪਰ ਉਸ ਕਿਸਮ ਦੀ ਗੱਲ ਇਸ ਵੇਲੇ ਨਜ਼ਰ ਨਹੀਂ ਆ ਰਹੀ। ਉਹਦਾ ਵੱਡਾ ਕਾਰਨ ਇਹੀ ਹੈ ਕਿ ਹਾਈ ਕਮਾਂਡ ਸਹੀ ਸਮੇਂ ਦੇ ਉੱਤੇ ਸਹੀ ਉਮੀਦਵਾਰਾਂ ਨੂੰ ਔਰ ਸਹੀ ਲੀਡਰਾਂ ਨੂੰ ਉਹ ਅੱਗੇ ਨਹੀਂ ਕਰ ਪਾ ਰਹੀ। ਸੋ ਇਹਦਾ ਨਤੀਜਾ ਇਹੀ ਨਿਕਲ ਰਿਹਾ ਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਬਗਾਵਤੀ ਸੁਰਾਂ ਉਹਨਾਂ ਦੇ ਚੰਨੀ ਸਾਹਿਬ ਦੇ ਆਪਣੇ ਪਰਿਵਾਰ ਦੇ ਵਿੱਚ ਵੀ ਨੇ, ਔਰ ਤੁਸੀਂ ਦੇਖੋਗੇ ਕਿ ਅਨੁਸ਼ਾਸਨ ਤਾਂ ਇੱਥੋਂ ਤੱਕ ਉਹਦਾ ਜਿਹੜਾ ਹੈਗਾ ਅਨੁਸ਼ਾਸਨਹੀਨਤਾ ਹੋ ਰਹੀ ਹੈ ਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਖੁਦ ਜਿਹੜੀ ਹੈਗੀ ਸਿੱਧੇ ਤੌਰ ਤੇ ਵਿਰੋਧੀ ਪਾਰਟੀ ਦੀ, ਕਾਂਗਰਸ ਤੋਂ ਵਿਰੋਧੀ ਪਾਰਟੀ ਦੀ ਜਿਹੜੀ ਹੈਗੀ ਹੈ ਉਹਨਾਂ ਦੀ ਮਹਾਰਾਜਾ ਕੈਪਟਨ ਸਾਹਿਬ ਦੀ ਪਾਰਟੀ ਦੀ ਤੁਸੀਂ ਦੇਖੋਗੇ ਕਿ ਪ੍ਰਸ਼ੰਸਾ ਕਰ ਰਹੀ ਹੈ, ਉਹਨਾਂ ਦਾ ਪ੍ਰਚਾਰ ਕਰ ਰਹੀ ਹੈ। ਸੋ ਦੂਜੇ ਪਾਸੇ ਜਿਹੜੇ ਬਾਕੀ ਜਿਹੜੇ ਵੱਡੇ ਲੀਡਰ ਨੇ, ਚਾਹੇ KP ਜੀ ਹੋਣ ਚਾਹੇ ਹੋਰ ਹੋਣ, ਜਾਂ ਤੁਸੀਂ ਦੇਖੋਗੇ ਕਿ ਉਹ ਵੱਖਰੀਆਂ ਪਾਰਟੀਆਂ ਦੇ ਵਿੱਚ ਚਲੇ ਗਏ ਨੇ ਬਹੁਤੇ ਤਾਂ, ਔਰ ਬਹੁਤੇ ਜਾਣ ਨੂੰ ਤਿਆਰ ਬੈਠੇ ਨੇ, ਬਹੁਤੇ ਆਜ਼ਾਦ ਉਮੀਦਵਾਰ ਲੜ ਰਹੇ ਨੇ। ਸੋ ਕੁੱਲ ਮਿਲਾ ਕੇ ਜਦੋਂ ਆਪਾਂ ਇਸ ਵੇਲੇ ਕਾਂਗਰਸ ਦੀ ਗੱਲ ਕਰਦੇ ਹਾਂ ਤਾਂ ਕਾਂਗਰਸ ਦੀ ਇਸ ਵੇਲੇ ਖਸਤਾ ਹਾਲਤ ਹੋ ਚੁੱਕੀ ਹੈ। ਲੋਕ ਇਹਨਾਂ ਨੂੰ ਨੇੜੇ ਨਹੀਂ ਲਾ ਰਹੇ, ਔਰ ਉਹਦਾ ਵੱਡਾ ਕਾਰਨ ਇਹੀ ਹੈ ਕਿ ਸਮੇਂ ਸਿਰ ਕਾਂਗਰਸ ਜਿਹੜੀ ਹੈਗੀ ਹੈ ਉਹ ਵੱਡੇ ਫੈਸਲੇ ਨਹੀਂ ਲੈ ਪਾ ਰਹੀ, ਔਰ ਵੱਡੇ ਲੀਡਰ ਜਿਹੜੇ ਇਹਨਾਂ ਦੇ ਉਹਨਾਂ ਨੂੰ ਖੁੱਡੇ ਲੈਣ ਲਗਾਇਆ ਜਾ ਰਿਹਾ ਹੈ। ਔਰ ਕੱਲ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਦਿਨਾਂ ਦੇ ਵਿੱਚ ਅਸ਼ਵਨੀ ਕੁਮਾਰ ਜਿਹੜੇ ਨੇ ਉਹ ਵੱਡੇ ਲੀਡਰ ਕਿਸੇ ਵੇਲੇ ਪੰਜਾਬ ਦੇ ਮੰਨੇ ਜਾਂਦੇ ਸੀ, ਉਹ ਵੀ ਵਿਰੋਧੀ ਸੁਰਾਂ ਉਲਾਪਦੇ ਤੁਹਾਨੂੰ ਨਜ਼ਰ ਆਏ ਨੇ। ਸੋ ਕਹਿਣ ਦਾ ਮਤਲਬ ਹੈ ਕਿ ਕੁੱਲ ਮਿਲਾ ਕੇ ਕਾਂਗਰਸ ਦਾ ਜਿਹੜਾ ਹੈਗਾ ਕਾਫੀ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਇਸ ਲਈ ਨੇ ਕਿਉਂਕਿ ਲੀਡਰਸ਼ਿਪ ਜਿਹੜੀ ਅੱਗੇ ਲਾਈ ਗਈ ਹੈ ਉਹ ਬਹੁਤ ਕਮਜ਼ੋਰ ਹੈ, ਔਰ ਉਹਦੇ ਕੋਲੇ ਕੰਟਰੋਲ ਕਰਨ ਦੀ ਕੋਈ ਸ਼ਕਤੀ ਨਹੀਂ ਹੈ। ਉਹਨਾਂ ਦੀ ਵੀ ਜਿਹੜੀ ਮੁਸ਼ਕਿਲ ਵੱਧਦੀ ਨਜ਼ਰ ਆ ਰਹੀ ਹੈ। ਕੁਝ ਦਿਨ ਪਹਿਲਾਂ ਜਿਹੜਾ ਭਈਆ ਸ਼ਬਦ ਉਹਨਾਂ ਦੇ ਵੱਲੋਂ ਵਰਤਿਆ ਗਿਆ ਪ੍ਰਿਯੰਕਾ ਗਾਂਧੀ ਦੀ ਹਾਜ਼ਰੀ ਦੇ ਵਿੱਚ, ਉਸ ਨੂੰ ਲੈ ਕੇ ਵੀ ਯੂਪੀ ਦੀ ਇੱਕ ਅਦਾਲਤ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਪਟੀਸ਼ਨ ਪਾਈ ਗਈ ਹੈ, ਤੇ ਉਹਨਾਂ ਦੇ ਖਿਲਾਫ ਕੁਝ ਧਾਰਾਵਾਂ ਦੇ ਤਹਿਤ ਇਹ ਪਟੀਸ਼ਨ ਹੈ, ਇਹ ਪਟੀਸ਼ਨ ਪਾਈ ਗਈ ਹੈ ਤਮੰਨਾ ਹਾਸ਼ਮੀ ਦੇ ਵੱਲੋਂ। ਮੁਜ਼ੱਫਰਪੁਰ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਕੋਰਟ ਦੇ ਵਿੱਚ ਇਹ ਪਟੀਸ਼ਨ ਪਾਈ ਗਈ ਹੈ। ਕਿਵੇਂ ਦੇਖਦੇ ਹੋ ਕਿ ਇਸ ਦੇ ਵਿੱਚ ਜਿਵੇਂ ਕਿ ਪੰਜਾਬ ਦੇ ਵਿੱਚ ਵੀ, ਖਾਸ ਕਰਕੇ ਲੁਧਿਆਣਾ ਜਾਂ ਹੋਰ ਸ਼ਹਿਰੀ ਖੇਤਰਾਂ ਦੇ ਵਿੱਚ, ਜਾਂ ਹੁਣ ਤਾਂ ਪਿੰਡਾਂ ਦੇ ਵਿੱਚ ਵੀ ਪ੍ਰਵਾਸੀ ਇਹਨਾਂ ਭਾਈਚਾਰੇ ਦੀਆਂ ਜਿਹੜੀਆਂ ਵੋਟਾਂ ਬਹੁਤ ਜ਼ਿਆਦਾ ਜਿਹੜੀਆਂ ਬਣ ਚੁੱਕੀਆਂ ਨੇ, ਜਿਹੜੇ ਬਾਹਰਲੇ ਸੂਬਿਆਂ ਤੋਂ ਪੰਜਾਬ ਦੇ ਵਿੱਚ ਕੰਮਕਾਜ ਕਰਨ ਦੇ ਲਈ ਆਉਂਦੇ ਨੇ, ਤਾਂ ਕੀ ਲੱਗਦਾ ਹੈ ਕਿ ਚੰਨੀ ਦੇ ਇਹਨਾਂ ਬਿਆਨਾਂ ਦੇ ਨਾਲ, ਪਟੀਸ਼ਨ ਦੇ ਨਾਲ ਚੰਨੀ ਦੇ ਖਿਲਾਫ ਜਿਹੜੇ ਇਹ ਵੋਟਰ ਹੋ ਸਕਦੇ ਨੇ, ਕਾਂਗਰਸ ਦੇ ਖਿਲਾਫ ਹੀ ਵੋਟਰ ਨੁਕਸਾਨ ਹੋ ਸਕਦਾ, ਚੰਨੀ ਤੇ ਕਾਂਗਰਸ ਲਈ ਮੁਸੀਬਤ ਹੋ ਸਕਦੀ ਹੈ? ਸੁਖਵਿੰਦਰ ਜੀ, ਚਾਹੇ ਨੁਕਸਾਨ ਹੋਵੇ ਨਾ ਹੋਵੇ, ਇਹ ਤਾਂ ਬਾਅਦ ਦੀਆਂ ਗੱਲਾਂ ਨੇ। ਇੱਕ ਤੁਸੀਂ CM ਦਾ ਚਿਹਰਾ ਹੋ। CM ਦਾ ਕੀ ਮਤਲਬ ਹੈ? CM ਦਾ ਮਤਲਬ ਹੈ ਕਿ ਉਹਨਾਂ ਨੇ ਹਰ ਧਿਰ ਨੂੰ, ਯਾਨੀ ਕਿ ਉਹ CM ਜਿਹੜਾ ਹੈਗਾ, ਚਾਹੇ ਕਿਉਂਕਿ ਭਾਰਤ ਇੱਕ ਧਰਮ ਨਿਰਪੱਖ ਮੁਲਕ ਹੈ, ਭਾਰਤ ਦੇ ਜਿਹੜਾ ਸਾਡਾ ਸੰਵਿਧਾਨ ਹੈ ਭਾਰਤ ਦਾ, ਉਹਦੇ ਵਿੱਚ ਧਰਮ ਨਿਰਪੱਖਤਾ ਨੂੰ ਬਹੁਤ ਇੰਪੋਰਟੈਂਸ ਦਿੱਤੀ ਗਈ ਹੈ। ਧਰਮ ਨਿਰਪੱਖਤਾ ਦਾ ਮਤਲਬ ਹੈ ਕਿ ਹਰ ਸਟੇਟ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਵਸ ਸਕਦੇ ਨੇ। ਪੰਜਾਬੀ ਜਾ ਕੇ UP 'ਚ ਵਸ ਸਕਦੇ ਨੇ, UP ਵਾਲੇ ਬਿਹਾਰ 'ਚ ਵਸ ਸਕਦੇ ਨੇ, ਸੋ ਬਿਹਾਰ ਵਾਲੇ ਬੰਗਾਲ 'ਚ ਜਾ ਸਕਦੇ ਨੇ। ਯਾਨੀ ਕਿ ਜਦੋਂ ਅਸੀਂ ਇੱਦਾਂ ਦੀਆਂ ਗੱਲਾਂ ਕਰਦੇ ਹਾਂ, ਔਰ ਉਹ ਵੀ ਇੱਕ ਮੁੱਖ ਮੰਤਰੀ ਦਾ ਚਿਹਰਾ ਹੁੰਦੇ ਹੋਏ ਕਿ ਇੱਥੇ ਤਾਂ ਭਈਏ ਜਿਹੜੇ ਨੇ ਇਹਨਾਂ ਨੂੰ ਭਜਾਉਣਾ ਹੈ,
ਔਰ ਇੱਥੇ ਨਹੀਂ ਹੋਣੇ ਚਾਹੀਦੇ, ਤਾਂ ਇਹ ਮਤਲਬ ਹੈ ਕਿ ਤੁਹਾਡੀ ਜਿਹੜੀ ਲਿਆਕਤ ਹੈ ਉਹਦਾ ਦਿਵਾਲੀਆ ਨਿਕਲ ਚੁੱਕਾ ਹੈ। ਸੋ ਇਸ ਕਰਕੇ ਚੰਨੀ ਸਾਹਿਬ ਦੇ ਜਿਹੜੇ ਇਸ ਤਰ੍ਹਾਂ ਦੇ ਬਿਆਨ ਨੇ, ਹਾਲਾਂਕਿ ਕੱਲ ਮੋਦੀ ਸਾਹਿਬ ਨੇ ਇਹਦਾ ਜ਼ਰੂਰ ਬਿਆਨ ਦਿੱਤਾ ਹੈ ਔਰ ਇੱਕ ਬਹੁਤ ਵਧੀਆ ਜਿਹੜਾ ਹੈਗਾ ਬਿਆਨ ਚੰਨੀ ਸਾਹਿਬ ਨੂੰ ਜਿਹੜਾ ਦਿੱਤਾ ਹੈ, ਔਰ ਉਹਨਾਂ ਨੇ ਕਿਹਾ ਹੈ ਕਿ ਭਗਤ ਰਵਿਦਾਸ ਜੀ ਜਿਨ੍ਹਾਂ ਨੂੰ ਉਹ ਮੰਨਦੇ ਨੇ ਚੰਨੀ ਸਾਹਿਬ, ਉਹ ਕਿੱਥੋਂ ਦੇ ਸੀਗੇ, ਉਹ ਵੀ ਆਪਾਂ ਨੂੰ ਪਤਾ ਹੈ ਕਿ ਉਹ ਬਾਹਰਲੇ ਸੀਗੇ। ਸੋ ਇਸ ਕਰਕੇ ਇਦਾਂ ਦੇ ਬਿਆਨ ਦੇਣੇ, ਇਹ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਾਲੇ ਜਿਹੜੀ ਪ੍ਰਿਯੰਕਾ ਗਾਂਧੀ ਦੇ ਕੋਲ ਖੜੇ ਬਿਆਨ ਦੇ ਰਹੇ ਸੀ, ਉਹ ਕਿੱਥੋਂ ਆਈ ਹੋਈ ਸੀ? ਬਿਲਕੁਲ ਉਹ ਵੱਖਰੇ। ਔਰ ਪ੍ਰਿਯੰਕਾ ਜੀ ਉਸ ਵੇਲੇ ਹੱਸ ਰਹੇ ਨੇ, ਵੱਡੀ ਗੱਲ ਹੈ ਕਿ ਪ੍ਰਿਯੰਕਾ ਜੀ ਨੂੰ ਵੀ ਚਾਹੀਦਾ ਹੈ ਕਿ ਉਹ ਤਾੜੀਆਂ ਮਾਰ ਰਹੇ ਨੇ, ਹੱਸ ਰਹੇ ਨੇ ਇਸ ਬਿਆਨ ਦੇ ਉੱਤੇ। ਸੋ ਕਹਿਣ ਦਾ ਮਤਲਬ ਹੈ ਕਿ ਇਸ ਵੇਲੇ ਕਾਂਗਰਸ ਹਾਈ ਕਮਾਂਡ ਦਾ ਵੀ ਦਿਵਾਲੀਆ ਨਿਕਲ ਚੁੱਕਿਆ ਹੈ ਔਰ ਚੰਨੀ ਸਾਹਿਬ ਦਾ ਪਹਿਲਾਂ ਹੀ ਦਿਵਾਲੀਆ ਆਪਾਂ ਸਾਰਿਆਂ ਨੇ ਦੇਖਿਆ ਹੈ ਕਿ ਲਗਾਤਾਰ ਉਹ ਜਿਸ ਤਰ੍ਹਾਂ ਦੇ ਬਿਆਨ ਦਿੰਦੇ ਸੀਗੇ ਕਿ ਮੈਨੂੰ ਮੰਜਾ ਬੁਣਨਾ ਆਉਂਦਾ ਹੈ, ਮੈਨੂੰ ਧਾਰਾਂ ਚੋਣੀਆਂ ਆਉਂਦੀਆਂ ਨੇ, ਯਾਨੀ ਕਿ ਪੰਜਾਬ ਮਾਡਲ ਨੂੰ, ਪੰਜਾਬ ਨੂੰ ਸੰਕਟਾਂ ਚੋਂ ਕੱਢਣ ਦੇ ਲਈ ਕੋਈ ਮਾਡਲ ਦੀ ਗੱਲ ਕਰਨ ਦੀ ਬਜਾਏ ਉਹ ਕੀ ਕਰ ਰਹੇ ਨੇ ਕਿ ਇਦਾਂ ਦੇ ਜਿਹੜੇ ਨੇ ਲਿਫਾਫੇਬਾਜ਼ੀ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਨਜ਼ਰ ਆ ਰਿਹਾ ਸੀਗਾ। ਸੋ ਕਹਿਣ ਦਾ ਮਤਲਬ ਹੈ ਕਿ ਕੁੱਲ ਮਿਲਾ ਕੇ ਜਦੋਂ ਅਸੀਂ ਚੰਨੀ ਸਾਹਿਬ ਦੇ ਇਸ ਤਰ੍ਹਾਂ ਦੇ ਬਿਆਨਾਂ ਨੂੰ ਵੇਖਦੇ ਹਾਂ ਤਾਂ ਇੱਕ ਨਿਰਾਸ਼ਾ ਦੀ ਜਿਹੜੀ ਹੈਗੀ ਹੈ ਗੱਲ ਹੁੰਦੀ ਹੈ ਔਰ ਪੰਜਾਬ ਦੇ ਲੋਕ ਜਿਹੜੇ ਨੇ ਇਸ ਵੇਲੇ ਇੱਕ ਚੰਗਾ ਮੁੱਖ ਮੰਤਰੀ ਚਾਹੁੰਦੇ ਨੇ। ਇਸ ਤਰ੍ਹਾਂ ਦਾ ਮੈਨੂੰ ਲੱਗਦਾ ਕਿ ਬਿਆਨਬਾਜ਼ੀ ਤੋਂ ਬਹੁਤਾ ਕੋਈ ਸਿਆਣੇ ਜਿਹੜੇ ਲੀਡਰ ਕਾਂਗਰਸ ਦੇ ਜਾਂ ਚੰਨੀ ਸਾਹਿਬ ਜਿਹੜੇ ਨੇ ਇੱਕ ਮੁੱਖ ਮੰਤਰੀ ਦਾ ਚਿਹਰਾ ਹੁੰਦੇ ਹੋਏ ਵੀ ਉਹ ਬਹੁਤੇ ਸਿਆਣੇ ਲੀਡਰ ਨਹੀਂ ਸਾਹਮਣੇ ਆ ਰਹੇ। ਸੋ ਇਹਦਾ ਨੁਕਸਾਨ ਮੈਨੂੰ ਲੱਗਦਾ ਹੈ ਕਿ ਇਦਾਂ ਦੇ ਬਿਆਨਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਚੰਨੀ ਸਾਹਿਬ ਨੂੰ ਵੀ ਔਰ ਖਾਸ ਤੌਰ ਤੇ ਕਾਂਗਰਸ ਨੂੰ ਇਹ ਭੁਗਤਣਾ ਪੈ ਸਕਦਾ ਹੈ। ਇਸ ਕਰਕੇ ਇਦਾਂ ਦੇ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸੁਖਵਿੰਦਰ ਜੀ, ਉਧਰ ਡੇਰਾ ਮੁਖੀ ਦੇ ਜਿਹੜੇ ਕੁੜਮ ਨੇ, ਜਿਹੜੇ ਆਜ਼ਾਦ ਚੋਣ ਲੜ ਰਹੇ ਨੇ ਤਲਵੰਡੀ ਸਾਬੋ ਤੋਂ ਕਾਂਗਰਸ ਛੱਡ ਕੇ, ਉਹਨਾਂ ਦੇ ਕੁੜਮ ਦੇ ਨਾਲ ਚਰਨਜੀਤ ਸਿੰਘ ਚੰਨੀ ਦੀ ਇੱਕ ਲੰਬੀ ਮੁਲਾਕਾਤ ਗੱਡੀ ਦੇ ਵਿੱਚ ਹੀ ਹੋਈ ਹੈ। ਸਫ਼ਰ ਲੰਬਾ ਉਹਨਾਂ ਨੇ ਤੈਅ ਕੀਤਾ ਹੈ। ਬੇਸ਼ੱਕ ਉਹ ਆਜ਼ਾਦ ਚੋਣ ਲੜ ਰਹੇ ਨੇ, ਬੇਸ਼ੱਕ ਉਹ ਕਾਂਗਰਸ ਦੇ ਲੀਡਰ ਪਹਿਲਾਂ ਉਹ ਰਹੇ ਨੇ, ਪਰ ਟਿਕਟ ਨਾ ਮਿਲਣ ਦੇ ਕਾਰਨ ਉਹ ਆਜ਼ਾਦ ਚੋਣ ਲੜ ਗਏ ਤੇ ਉੱਥੋਂ ਦੇ ਹੀ ਉਮੀਦਵਾਰ ਜਿਹੜੇ ਕਾਂਗਰਸ ਦੇ ਖੁਸ਼ਬਾਜ਼ ਜਟਾਣਾ ਉਹਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ। ਚੰਨੀ ਮੁੜਦੇ ਹੋਏ ਆਜ਼ਾਦ ਉਮੀਦਵਾਰ ਦੇ ਨਾਲ ਇਸ ਤਰੀਕੇ ਦੇ ਨਾਲ ਲੰਬੀ ਮੁਲਾਕਾਤ ਚੱਲਣੀ, ਉਹ ਵੀ ਡੇਰਾ ਮੁਖੀ ਦੇ ਕੁੜਮ ਦੇ ਨਾਲ, ਤੇ ਉਹ ਵੀ ਉਦੋਂ ਜਦੋਂ ਡੇਰਾ ਮੁਖੀ ਦੇ ਕੁੜਮ ਨੂੰ ਜਿਹੜੀ ਹੈਗੀ ਆ ਡੇਰਾ ਪ੍ਰੇਮੀਆਂ ਨੇ ਵੱਡੇ ਪੱਧਰ ਤੇ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਹੋਵੇ। ਤਾਂ ਇਸ ਮੁਲਾਕਾਤ ਨੂੰ ਤੁਸੀਂ ਕਿਵੇਂ ਮੰਨਦੇ ਹੋ? ਕੀ ਲੱਗਦਾ ਕਿ ਡੇਰਾ ਪ੍ਰੇਮੀਆਂ ਦਾ ਵੀ ਕਾਂਗਰਸ ਵਾਲੇ ਪਾਸੇ ਝੁਕਾਅ ਹੋ ਸਕਦਾ ਹੈ, ਜਾਂ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇਸ ਮੁਲਾਕਾਤ ਦੇ ਰਾਹੀਂ ਝੁਕਾਅ ਕਰਨ ਦੀ ਕੋਸ਼ਿਸ਼ ਹੈ, ਜਾਂ ਕੋਈ ਵੱਡੀ ਸੌਦੇਬਾਜ਼ੀ, ਜਾਂ ਤੁਸੀਂ ਕੀ ਸੋਚਦੇ ਹੋ ਇਸ ਮੁਲਾਕਾਤ ਦੇ ਵਿੱਚੋਂ? ਜੀ ਸੁਖਵਿੰਦਰ ਜੀ, ਅੱਜ ਤੋਂ ਲਗਭਗ 10 ਸਾਲ ਪਹਿਲਾਂ ਜਦੋਂ ਚੋਣਾਂ ਹੁੰਦੀਆਂ ਸੀਗੀਆਂ ਤਾਂ ਜੋ ਡੇਰੇ ਨੇ ਪੰਜਾਬ ਦੇ, ਚਾਹੇ ਵੱਖ-ਵੱਖ ਡੇਰੇ, ਚਾਹੇ ਰਾਧਾ ਸਵਾਮੀਆਂ ਦਾ ਡੇਰਾ ਹੈ, ਚਾਹੇ ਪ੍ਰੇਮੀਆਂ ਦਾ ਡੇਰਾ ਹੈ, ਜਾਂ ਕੋਈ ਹੋਰ ਡੇਰੇ ਨੇ, ਬਹੁਤ ਸਾਰੇ ਪੰਜਾਬ ਦੇ ਵਿੱਚ ਡੇਰਾਵਾਦ ਦਾ ਦੌਰ ਸ਼ੁਰੂ ਹੈ ਪਿਛਲੇ ਲੰਬੇ ਸਮੇਂ ਤੋਂ। ਆਪਾਂ ਉਹਦੇ ਵਿਸਥਾਰ ਦੇ ਵਿੱਚ ਨਹੀਂ ਜਾਵਾਂਗੇ, ਪਰ ਜਿੱਥੋਂ ਤੱਕ ਪ੍ਰੇਮੀਆਂ ਦਾ ਸੰਬੰਧ ਹੈ, ਪਿਛਲੇ ਲਗਭਗ 10 ਸਾਲਾਂ ਤੋਂ ਉਹਨਾਂ ਨੇ ਸੱਤਾ ਪਰਿਵਰਤਨ ਦੇ ਵਿੱਚ ਆਪਣਾ ਇੱਕ ਵੱਡਾ ਰੋਲ ਅਦਾ ਕੀਤਾ ਸੀਗਾ ਔਰ ਉਹਨਾਂ ਦਾ ਰੋਲ ਜਿਹੜਾ ਹੈਗਾ ਹੌਲੀ-ਹੌਲੀ ਘਟਦਾ ਜਿਹੜਾ ਸੀਗਾ ਉਹ ਮੰਨਫੀ ਹੁੰਦਾ ਗਿਆ ਔਰ ਪਿਛਲੀਆਂ ਚੋਣਾਂ ਦੇ ਵਿੱਚ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਬਹੁਤਾ ਉਸ ਦਾ ਅਸਰ ਨਹੀਂ ਸੀ ਪਿਆ। ਔਰ ਇਹੀ ਕਾਰਨ ਹੈ ਕਿ ਹੁਣ ਜਿਹੜੀਆਂ ਨਵੀਆਂ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ 22 ਦੀਆਂ ਚੋਣਾਂ ਨੇ, ਇਹਦੇ ਵਿੱਚ ਉਸ ਕਿਸਮ ਦਾ ਅਸਰ ਅੰਦਾਜ਼ ਜੇਕਰ ਵੋਟਾਂ ਇਹ ਕਰ ਸਕਦੀਆਂ ਨੇ, ਮੈਨੂੰ ਨਹੀਂ ਲੱਗਦਾ ਕਿ ਇਹ ਕਿਸੇ ਨੂੰ ਜਿਤਾ ਸਕਣਗੇ ਜਾਂ ਕਿਸੇ ਨੂੰ ਹਰਾ ਸਕਣਗੇ, ਕਿਉਂਕਿ ਉੱਥੇ ਜਿਹੜਾ ਉਸ ਏਰੀਏ ਦੇ ਵਿੱਚ ਜਿਹੜਾ ਜੋ ਤੁਸੀਂ ਜੱਸੀ ਜੀ ਦੀ ਗੱਲ ਕਰ ਰਹੇ ਹੋ, ਤਾਂ ਉਹ ਟੱਕਰ ਤਾਂ ਜ਼ਰੂਰ ਦੇ ਰਹੇ ਨੇ ਪਰ ਕਾਫੀ ਪਿੱਛੇ ਨਜ਼ਰ ਆ ਰਹੇ ਨੇ। ਔਰ ਇਸ ਕਰਕੇ ਪਾਰਟੀਆਂ, ਮੈਨੂੰ ਲੱਗਦਾ ਹੈ ਕਿ ਜ਼ਿਆਦਾ ਵੋਟ ਜਿਹੜੀ ਪੈਣੀ ਹੈ ਉਹ ਪਾਰਟੀਆਂ ਨੂੰ ਹੀ ਪਏਗੀ। ਜਿਹੜੇ ਆਜ਼ਾਦ ਉਮੀਦਵਾਰ ਨੇ ਉਹਨਾਂ ਨੂੰ ਬਹੁਤ ਘੱਟ ਜਿਹੜੀ ਹੈਗੀ ਆ ਸੰਭਾਵਨਾਵਾਂ ਨੇ ਕਿ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਜਿਹੜੀਆਂ ਨੇ ਪੈ ਸਕਦੀਆਂ ਨੇ, ਪਰ ਕਿਉਂਕਿ ਉਹਨਾਂ ਦੀ ਰਿਸ਼ਤੇਦਾਰੀ ਹੈ ਔਰ ਰਿਸ਼ਤੇਦਾਰੀ ਆਪਣੀ ਥਾਂ ਦੇ ਉੱਤੇ ਹੈ, ਪਰ ਰਿਸ਼ਤੇਦਾਰੀ ਨੂੰ ਲੈ ਕੇ ਵੋਟਾਂ ਪੈ ਸਕਦੀਆਂ ਨੇ। ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਇਸ ਵੇਲੇ ਫਿਲਹਾਲ 22 ਦੀਆਂ ਚੋਣਾਂ ਦੇ ਵਿੱਚ ਤਾਂ ਉਸ ਸਮੇਂ 2017 ਦੇ ਵਿੱਚ ਕਹਿੰਦੇ ਕਿ ਜੱਸੀ ਦੇ ਵੱਲੋਂ ਬੜੀ ਹਮਾਇਤ ਕੀਤੀ ਗਈ ਸੀਗੀ ਆਪਣੇ ਡੇਰਾ ਪ੍ਰੇਮੀ ਜਿਹੜਾ ਰਿਸ਼ਤੇਦਾਰ ਦੇ ਲਈ ਉਹਨੇ ਕਾਫੀ ਹਮਾਇਤ ਕੀਤੀ ਸੀਗੀ, ਡੇਰਾ ਪ੍ਰੇਮੀਆਂ ਦੇ ਲਈ ਵੀ ਕਾਫੀ ਹਮਾਇਤ ਕੀਤੀ ਸੀਗੀ, ਜੱਸੀ ਨੇ ਮਦਦ ਕਹਿੰਦੇ ਕੀਤੀ ਸੀਗੀ। ਤਾਂ ਇਹ ਕਹਿੰਦੇ ਕਿ ਡੇਰਾ ਪ੍ਰੇਮੀ ਚਾਹੁੰਦੇ ਨੇ ਕਿ ਉਸ ਚੀਜ਼ ਦਾ ਕਰਜ਼ ਜਿਹੜਾ ਉਤਾਰਿਆ ਜਾਵੇ। ਇਹ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਜੀ। ਸੁਖਵਿੰਦਰ ਜੀ, ਦੇਖੋ, ਜਦੋਂ ਤੁਸੀਂ ਇੱਕ ਰਿਸ਼ਤੇਦਾਰੀ ਦੇ ਵਿੱਚ ਬੱਝੇ ਹੁੰਦੇ ਹੋ
ਤਾਂ ਲਾਜ਼ਮੀ ਤੌਰ ਤੇ ਇੱਕ ਦੂਜੇ ਦਾ ਤੁਹਾਨੂੰ ਜਿਹੜਾ ਹੈਗਾ ਉਹ ਹੌਸਲਾ ਵੀ ਉਹਨੂੰ ਦੇਣਾ ਪੈਂਦਾ ਹੈ, ਉਹਦੀ ਮਦਦ ਵੀ ਕਰਨੀ ਪੈਂਦੀ ਹੈ ਸਿੱਧੇ ਜਾਂ ਸਿੱਧੇ ਤੌਰ ਤੇ, ਔਰ ਮਦਦ ਕੀਤੀ ਵੀ ਗਈ ਹੈ, ਇਹਦੇ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਹੁੰਦੀਆਂ ਹੈਗੀਆਂ। ਔਰ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਰਿਸ਼ਤੇਦਾਰੀ ਦਾ ਮਸਲਾ ਅਲੱਗ ਹੈ, ਪਰ ਜਦੋਂ ਅਸੀਂ ਉਸ ਰਿਸ਼ਤੇਦਾਰੀ ਨੂੰ ਜਾਂ ਉਸ ਹਮਦਰਦੀ ਨੂੰ ਵੋਟਾਂ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਹੋਏਗੀ ਤਾਂ ਉਹਦੇ ਕਰਕੇ ਤੁਸੀਂ ਦੇਖੋਗੇ ਕਿ ਦੋਫਾੜ ਹੋ ਗਈ ਹੈ ਇਸ ਵੇਲੇ। ਡੇਰਾ ਪ੍ਰੇਮੀਆਂ ਦੀ ਜਿਹੜੀ ਵੋਟ ਹੈ ਉਹ ਕਈ ਥਾਵਾਂ ਦੇ ਉੱਤੇ ਵੰਡੀ ਗਈ ਹੈ। ਕਈ ਕਹਿੰਦੇ ਨੇ ਕਿ ਅਸੀਂ ਨੋਟਾਂ ਦੇ ਉੱਤੇ ਜਿਹੜੀ ਹੈਗੀ ਹੈ ਯਾਨੀ ਕਿ ਬਟਨ ਦੱਬਾਂਗੇ, ਕਈ ਕਹਿੰਦੇ ਨੇ ਅਸੀਂ ਕਾਂਗਰਸ ਦੀ, ਕਈ ਕਹਿੰਦੇ ਨੇ ਕਿ ਅਸੀਂ ਜੱਸੀ ਜੀ ਦੀ ਮਦਦ ਕਰਾਂਗੇ, ਕੋਈ ਅਲੱਗ ਕਹਿ ਰਿਹਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਕੁੱਲ ਮਿਲਾ ਕੇ ਇਸ ਵੇਲੇ ਡੇਰਾ ਪ੍ਰੇਮੀਆਂ ਦੀ ਜਿਹੜੀਆਂ ਵੋਟਾਂ ਨੇ ਉਹ ਤੁਹਾਨੂੰ ਫਟੀਆਂ ਹੋਈਆਂ ਨਜ਼ਰ ਆਉਣਗੀਆਂ। ਉਹ ਕਈ ਪਾਰਟੀਆਂ ਦੇ ਵਿੱਚ ਵੱਖ-ਵੱਖ, ਆਪਾਂ ਕਹਿ ਸਕਦੇ ਹਾਂ ਕਿ ਵੱਖ-ਵੱਖ ਪਾਰਟੀਆਂ ਦੇ ਵਿੱਚ ਵੰਡੀਆਂ ਹੋਈਆਂ ਨਜ਼ਰ ਆ ਸਕਦੀਆਂ ਨੇ। ਸੋ ਇਸ ਕਰਕੇ ਇਹ ਇਸ ਵੇਲੇ ਜਿਹੜੀ ਇੱਕੋ, ਜਿਵੇਂ ਕਿਸੇ ਵੇਲੇ ਹੁੰਦਾ ਸੀਗਾ ਕਿ ਸਾਰੀ ਦੀਆਂ ਸਾਰੀਆਂ ਵੋਟਾਂ ਜਿਹੜੀਆਂ ਨੇ ਉਹ ਕਿਸੇ ਇੱਕ ਪਾਰਟੀ ਨੂੰ ਪੈ ਗਈਆਂ, ਇਸ ਤਰ੍ਹਾਂ ਦੀਆਂ ਕੋਈ ਸੰਭਾਵਨਾਵਾਂ ਬਹੁਤੀਆਂ ਨਜ਼ਰ ਨਹੀਂ ਆ ਰਹੀਆਂ। ਕਾਫੀ ਵੰਡੀ ਗਈ ਆ ਵੋਟ, ਯਾਨੀ ਕਿ ਔਰ ਉਸ ਕਰਕੇ ਕਾਫੀ ਜਿਹੜਾ ਆਪਾਂ ਦਿੱਕਤਾਂ ਜੱਸੀ ਜੀ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਇਸ ਕਰਕੇ ਕੋਈ ਬਹੁਤੀਆਂ ਸੰਭਾਵਨਾਵਾਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤਣ ਦੀਆਂ ਨਹੀਂ ਲੱਗ ਰਹੀਆਂ। ਔਰ ਇਹੀ ਕਾਰਨ ਹੈ ਕਿ ਜੱਸੀ ਜੀ ਕੱਲ ਚੰਨੀ ਸਾਹਿਬ ਨੂੰ ਮਿਲ ਕੇ ਉਹਨਾਂ ਨੇ ਹੋ ਸਕਦਾ ਹੈ ਕਿ ਅਗਲੀ ਸਟ੍ਰੈਟਜੀ ਬਣਾਈ ਹੋਵੇ ਔਰ ਉਹਨਾਂ ਨੂੰ ਪਤਾ ਲੱਗ ਗਿਆ ਹੋਵੇ ਕਿ ਆਜ਼ਾਦ ਉਮੀਦਵਾਰ ਮੈਨੂੰ ਖੜਨ ਦੇ ਨਾਲ ਕੋਈ ਬਹੁਤਾ ਫਾਇਦਾ ਨਹੀਂ ਹੋ ਰਿਹਾ। ਸੋ ਗੱਲ ਤਾਂ ਇਹੀ ਹੋ ਸਕਦੀ ਹੈ ਕਿ ਹੋ ਸਕਦਾ ਹੈ ਕਿ ਦੁਬਾਰਾ ਫਿਰ ਉਹ ਕਾਂਗਰਸ ਦੇ ਵਿੱਚ ਸ਼ਿਫਟ ਕਰ ਜਾਣ ਜਾਂ ਕਾਂਗਰਸ ਨੂੰ ਵੋਟਾਂ ਪਵਾ ਦੇਣ। ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਜ਼ਿਆਦਾ ਨਜ਼ਰ ਆ ਰਹੀਆਂ ਨੇ, ਪਰ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤਦੇ ਜੱਸੀ ਜੀ ਨਜ਼ਰ ਨਹੀਂ ਆ ਰਹੇ। ਸੁਖਵਿੰਦਰ ਜੀ, ਬਿਲਕੁਲ। ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਤਾਂ ਇਹ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।